मीका ਯਹੂਦਾ ਅਤੇ ਇਸਰਾਏਲ ਦੇ ਵਿਰੁੱਧ ਨਬੂਵਤ ਚੈਪਟਰ 1। ਯਹੋਵਾ ਦੀ ਬਾਣੀ ਅਜਿਹੀ ਮੁਰਸ਼ਦੀ ਮੀਕਾ ਕੋਲ ਯਹੂਦਾ ਦੇ ਬਾਦਸ਼ਾਹ ਯੋਥਾਮ ਅਤੇ ਹਿਜ਼ਕੀਆ ਦੇ ਦਿਨਾਂ ਵਿੱਚ ਆਈ, ਜਿਹੜੀ ਉਹਨੇ ਸਾਮਰਿਆ ਤੇ ਯਰੂਸ਼ਲਮ ਦੇ ਵਿਖੇ ਵੇਖੀ। ਇਹ ਸਾਰੀ ਉਮਤ ਸੁਣੋ, ਧਿਆਨ ਲਾਓ, ਧਰਤੀ ਤੇ ਉਹਦੀ ਭਰਪੂਰੀ ਉੱਤੇ ਯਹੋਵਾ ਪ੍ਰਭੂ ਤੁਹਾਡੇ ਵਿਰੁੱਧ ਗਵਾਹ ਹੋਇਆ ਹੋਵੇ। ਹਾਂ, ਪ੍ਰਭੂ ਆਪਣੇ ਪਵਿੱਤਰ ਹੈਕਲ ਤੋਂ ਵੇਖੋ ਤਾਂ ਜੋ ਆਪਣੇ ਅਸਥਾਨੋਂ ਬਾਹਰ ਆਉਂਦਾ ਤੇ ਹੇਠਾਣ ਕੇ ਧਰਤੀ ਦੀਆਂ ਉਚਾਈਆਂ ਉੱਤੇ ਤੁਰੇਗਾ। ਪਹਾੜ ਉਹਦੇ ਹੇਠੋਂ ਪੱਗਰ ਜਾਣਗੇ ਤੇ ਖੱਡਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ ਹੈ, ਜਿਵੇਂ ਘਾਟ ਤੋਂ ਪਾਣੀ ਵਗਦਾ। ਇਹ ਸਭ ਕੁਝ ਯਾਕੂਬ ਦੇ ਅਪਰਾਧ ਦੇ ਕਾਰਨ ਹੈ ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ। ਯਾਕੂਬ ਦਾ ਅਪਰਾਧ ਕੀ ਹੈ? ਕਿ ਉਹ ਸਾਮਰਿਆ ਨੇ ਯਹੂਦਾ ਦੇ ਉੱਚੇ ਅਸਥਾਨ ਨਾਲ ਕੀ ਹਨ? ਕਿ ਉਹ ਯਰੂਸ਼ਲਮ ਨੇ? ਤਾਂ ਮੈਂ ਸਾਮਰਿਆ ਨੂੰ ਰਾੜ ਦਾ ਢੇਰ ਬਣਾਵਾਂਗਾ ਅੰਗੂਰੀ ਬਾਗਾਂ ਦੇ ਲਾਉਣ ਲਈ। ਮੈਂ ਉਹਦੇ ਪੱਥਰਾਂ ਨੂੰ ਵੱਧ ਵਿੱਚ ਰੇੜ ਦਿਆਂਗਾ ਤੇ ਉਹਦੀਆਂ ਨੀਹਾਂ ਨੂੰ ਨੰਗੀਆਂ ਕਰਾਂਗਾ। ਉਹਦੀਆਂ ਸਾਰੀਆਂ ਮੂਰਤਾਂ ਜੂਰ ਕੀਤੀਆਂ ਜਾਣਗੀਆਂ ਤੇ ਉਹਦੀਆਂ ਸਾਰੀਆਂ ਖਰਚੀਆਂ ਅੱਗ ਵਿੱਚ ਸੜ ਜਾਣਗੀਆਂ। ਉਹਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ, ਕਿਉਂ ਜੋ ਉਹਨੇ ਉਹਨਾਂ ਦੀ ਬੇਸਵਾ ਦੀ ਖਰਚੀ, ਉਹਨਾਂ ਨੂੰ ਵੇਸਵਾ ਦੀ ਖਰਚੀ ਤੋਂ ਜਮ੍ਹਾਂ ਕੀਤਾ ਤੇ ਵੇਸਵਾ ਦੀ ਖਰਚੀ ਨੂੰ ਮੁੜ ਜਾਣਗੇ। ਅਤੇ ਮੈਂ ਇਸ ਦੇ ਕਾਰਨ ਸਿਆਪਾ ਕਰਾਂਗਾ ਤੇ ਧਾਹਾਂ ਮਾਰਾਂਗਾ। ਕੱਪੜੇ ਉਤਾਰ ਕੇ ਨੰਗਾ ਫਿਰਾਂਗਾ, ਗਿੱਦੜਾਂ ਵਾਂਗੂ ਸਿਆਪਾ ਕਰਾਂਗਾ, ਸ਼ੁਤਰਮੁਰਗਾਂ ਵਾਂਗੂ ਸੋਗ ਕਰਾਂਗਾ। ਉਹਦਾ ਫੱਟ ਅਸਾਦ ਹੈ ਯਹੂਦਾ ਤੀਕ ਉਤਾਇਆ, ਮੇਰੀ ਪਰਜਾ ਫਾਟਕ ਤੀਕ ਯਰੂਸ਼ਲਮ ਤੇ ਕੱਪੜਿਆ। ਇਹਨੂੰ ਗਾਸ ਵਿੱਚ ਨਾ ਦੱਸੋ, ਉੱਕਾ ਨਾ ਰੋਵੋ, ਬੈਤਲ ਅਫਰਾ ਵਿੱਚ ਧੂੜ ਵਿੱਚ ਮਦੋਲੋ। ਹੇ ਸ਼ਫੇਰ ਦੀ ਵਾਸਣੀ ਨੰਗੀ ਤੇ ਨਿਰਲੱਜ ਲੰਘ ਜਾ, ਸੈਨਾਨ ਦੀ ਵਾਸਣ ਨਹੀਂ ਨਿਕਲਦੀ। ਬੈਤੇਲ ਦਾ ਸਿਆਪਾ, ਬੈਤ ਏਸਲ ਦਾ ਸਿਆਪਾ ਤੁਹਾਡਾ ਉਸ ਦੀ ਪਨਾਹ ਗਾਹ ਲੈ ਲਵੇਗਾ ਤੁਹਾਡੇ ਕੋਲੋਂ। ਮਾਰੂਤ ਦੀ ਵਾਸਣ ਨੇਕੀ ਲਈ ਤੜਕਦੀ ਹੈ ਜੋ ਵੱਲੋਂ ਵਿਪਤਾ, ਕਿਉਂਕਿ ਯਰੂਸ਼ਲਮ ਦੇ ਫਾਟਕ ਤੱਕ ਆ ਪਹੁੰਚੀ ਹੈ। ਲਾਕਾਇਸ਼ ਦੀ ਵਾਸਣ ਤੇਜ ਘੋੜੇ ਨੂੰ ਆਪਣੇ ਰਾਤ ਅੱਗੇ ਜੋਤ। ਉਸ ਜਿਉਂਦੇ ਧੀਲੀ ਪਾਪ ਦਾ ਆਰੰਭ ਸੀ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਹਨ। ਅਤੇ ਇਸ ਲਈ ਤੂੰ ਮਿਰਸਤ ਗੱਥ ਨੂੰ ਵਿਦਾਇਗੀ ਦੀ ਸੁਗਾਤ ਦੇ। ਇਸਰਾਏਲ ਦੇ ਪਾਤਸ਼ਾਹਾਂ ਲਈ ਅਕਜ਼ੀਬ ਦੇ ਘਰ ਤੋਂ ਖਿਆਉਣਗੇ। ਇਹ ਮਾਰਿਸ਼ਾ ਦੀ ਵਾਸਣੇ ਮੈਂ ਤੇਰੇ ਲਈ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ। ਇਸਰਾਏਲ ਦਾ ਪ੍ਰਤਾਪ ਅਦੁਲਾਮ ਤੀਕ ਜਾਵੇਗਾ ਤੇ ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵਾਲ ਕੱਟ ਕੇ ਸਿਰ ਮੁੰਨਾ ਕੇ ਸਗੋਂ ਆਪਣੇ ਸਿਰ ਦਾ ਗੰਜ ਉਕਾਬ ਵਾਂਗੂ ਵਧਾ, ਕਿਉਂ ਜੋ ਉਹ ਤੈਥੋਂ ਸਿਰ ਵਿੱਚ ਲੈ ਜਾਣਗੇ। ਲੋਭੀਆਂ ਦੀ ਸਜ਼ਾ ਤੇ ਬਖੀਲੀ ਲਈ ਬਚਾਓ ਚੈਪਟਰ 2। ਹਾਏ ਉਹਨਾਂ ਤੇ ਜੋ ਆਪਣੇ ਵਿਛੋਣੇ ਤੇ ਬਦੀ ਸੋਚਦੇ ਤੇ ਦੁਸ਼ਮਣ ਕਰਦੇ ਹਨ। ਜਦ ਸਵੇਰ ਦਾ ਚਾਨਣ ਆਵੇਗਾ ਤੇ ਇਹ ਉਹ ਕਰਨਗੇ, ਕਿਉਂਕਿ ਉਹਨਾਂ ਦੇ ਹੱਥ ਦੇ ਬਲ ਵਿੱਚ ਹੈ। ਇਹ ਖੇਤਾਂ ਦਾ ਲੋਭ ਕਰਦੇ ਤੇ ਉਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰ ਵੀ ਤੇ ਉਹਨਾਂ ਨੂੰ ਖੋਹ ਲੈ ਲੈਂਦੇ ਹਨ। ਉਹ ਮਰਦ ਉਸਦੇ ਘਰ ਨੂੰ ਤੇ ਮਨੁੱਖ ਦੀ ਮਿਲਕ ਨੂੰ ਸਤਾਉਂਦੇ ਹਨ। ਇਸ ਲਈ ਜੋ ਉਹਨਾਂ ਨੂੰ ਫਰਮਾਉਂਦਾ ਹੈ, ਵੇਖ ਮੈਂ ਇਸ ਟੱਬਰ ਤੇ ਵਿਪਤਾ ਸੋਚਦਾ ਹਾਂ, ਜਿਸ ਤੋਂ ਤੁਸੀਂ ਆਪਣੇ ਧੌਣਾਂ ਨੂੰ ਨਾ ਕੱਢ ਸਕੋਗੇ, ਨਾ ਤੁਸੀਂ ਹੰਕਾਰ ਨਾਲ ਤੁਰੋਗੇ, ਕਿਉਂ ਜੋ ਉਹਦਾ ਭੈੜਾ ਸਮਾਂ ਹੋਵੇਗਾ। ਉਸ ਦਿਨ ਉਹ ਤੁਹਾਡੇ ਉੱਤੇ ਕਹਾਵਤ ਚੁੱਕਣਗੇ ਕਿ ਰੋ ਪਿੱਟ ਕੇ ਸਿਆਪਾ ਕਰਨਗੇ ਤੇ ਆਖਣਗੇ ਕਿ ਸਾਡਾ ਸਤਿਆਨਾਸ਼ ਹੋ ਗਿਆ। ਮੇਰੀ ਉਮਰ ਦਾ ਭਾਗ ਉਹ ਬਦਲਦਾ ਹੈ, ਉਹ ਉਸਨੂੰ ਮੈਥੋਂ ਕਿਵੇਂ ਦੂਰ ਕਰਦਾ ਹੈ। ਉਹ ਸਾਡੇ ਖੇਤਾਂ ਨੂੰ ਫਿਰ ਤੋਂ ਵਿੱਚ ਵੰਡਦਾ ਹੈ। ਸੋ ਤੇਰੇ ਲਈ ਯਹੋਵਾ ਦੀ ਸਭਾ ਵਿੱਚ ਕੋਈ ਗੁਣਾ ਪਾ ਕੇ ਜਰੀਬ ਨਹੀਂ ਖਿੱਚੇਗਾ। ਪ੍ਰਚਾਰ ਨਾ ਕਰੋ, ਉਹ ਇਉਂ ਪ੍ਰਚਾਰ ਕਰਦੇ ਹਨ। ਉਹ ਇਹਨਾਂ ਗੱਲਾਂ ਦਾ ਪ੍ਰਚਾਰ ਨਹੀਂ ਕਰਨਗੇ। ਇਹਨਾਂ ਦੀ ਨਿੰਦਿਆ ਤਾਂ ਮੁੱਕਦੀ ਹੀ ਨਹੀਂ, ਉਹਨਾਂ ਦੀ ਨਿੰਦਿਆ ਤਾਂ ਮੁੱਕਦੀ ਹੀ ਨਹੀਂ। ਯਾਕੂਬ ਦੇ ਘਰਾਣੇ ਇਉਂ ਆਖੀਦਾ ਹੈ ਕਿ ਯਹੋਵਾ ਦਾ ਆਤਮਾ ਬੇਸਬਰ ਹੈ। ਭਲਾ ਇਹ ਉਹਦੇ ਕੰਮ ਹਨ ਕਿ ਮੇਰੇ ਬਚਨ ਸਿੱਧੇ ਚਾਲ ਚੱਲਣ ਵਾਲੇ ਦੀ ਭਲਾਈ ਨਹੀਂ ਕਰਦੇ। ਪਰ ਕੱਲ੍ਹ ਦੀ ਗੱਲ ਹੈ ਕਿ ਮੇਰੀ ਪਰਜਾ ਵੈਰੀ ਬਣ ਕੇ ਉੱਠ ਖੜੀ ਅਤੇ ਤੁਸੀਂ ਉਸ ਜਣੇ ਦੇ ਕੱਪੜੇ ਤੋਂ ਚਾਦਰ ਖਿੱਚ ਲੈਂਦੇ ਹੋ ਜੋ ਚੈਨ ਨਾਲ ਲੜਾਈ ਦੇ ਖਿਆਲ ਤੋਂ ਦੂਰ ਰਹਿ ਕੇ ਲੰਘ ਗਿਆ। ਤੁਸੀਂ ਮੇਰੀ ਪਰਜਾ ਦੀਆਂ ਔਰਤਾਂ ਨੂੰ ਉਹਨਾਂ ਦੇ ਸੋਹਣੇ ਘਰਾਂ ਤੋਂ ਬਾਹਰ ਕੱਢਦੇ ਹੋ ਤੇ ਉਹਨਾਂ ਦੇ ਨਿਆਣਿਆਂ ਤੋਂ ਮੇਰਾ ਪ੍ਰਤਾਪ ਸਦਾ ਲਈ ਲੈ ਲੈਂਦੇ ਹੋ। ਉੱਠੋ ਤੇ ਚਲੇ ਜਾਓ। ਇਹ ਤਾਂ ਕੋਈ ਵਿਸ਼ਰਾਮ ਸਥਾਨ ਨਹੀਂ ਹੈ। ਇਸ ਦਾ ਕਾਰਨ ਅਸ਼ੁੱਧਤਾ ਹੈ ਜੋ ਕਸ਼ਟ ਨਾਲ ਸਤਿਆਨਾਸ਼ ਕਰਦੀ ਹੈ। ਜੇ ਇੱਕ ਆਦਮੀ ਫਿਰੇ ਤੇ ਹਵਾ ਔਰ ਝੂਠ ਬਕੇ, ਮੈਂ ਤੇਰੇ ਲਈ ਔਰ ਸ਼ਰਾਬ ਦਾ ਪ੍ਰਚਾਰ ਕਰਾਂਗਾ। ਉਹ ਇਸ ਪਰਜਾ ਦਾ ਪ੍ਰਚਾਰਕ ਹੁੰਦਾ ਹੋ। ਇਹ ਯਾਕੂਬ ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ। ਇਸ ਸਾਲ ਦੇ ਬੱਕੇ ਨੂੰ ਜਮ੍ਹਾਂ ਕਰਾਂਗਾ ਤੇ ਉਹਨਾਂ ਨੂੰ ਬਾਂਸਰਾ ਦੀਆਂ ਭੇਡਾਂ ਵਾਂਗੂ ਰਲਾ ਕੇ ਰੱਖਾਂਗਾ। ਇੱਕ ਇੱਜੜ ਵਾਂਗੂ ਜਿਹੜਾ ਉਹਦੇ ਜੂ ਵਿੱਚ ਹੈ, ਆਦਮੀ ਦੇ ਘਰ ਨੂੰ ਜ਼ੋਰ ਕਰਨਗੇ। ਤੋੜਨ ਵਾਲਾ ਉਹਨਾਂ ਦੇ ਅੱਗੇ ਤੋਂ ਉਤਾਂਹ ਜਾਵੇਗਾ ਤੇ ਭੱਜ ਨਿਕਲਣਗੇ। ਉਹ ਫਾਟਕ ਵਿੱਚੋਂ ਦੀ ਲੰਘ ਕੇ ਨਿਕਲ ਜਾਣਗੇ। ਉਹਨਾਂ ਦੇ ਬਾਦਸ਼ਾਹ ਦੇ ਅੱਗੇ ਲੰਘੇਗਾ ਤੇ ਯਹੋਵਾ ਉਹਨਾਂ ਦੇ ਸਿਰ ਉੱਤੇ ਹੋਵੇਗਾ। ਚੈਪਟਰ 3। ਭੈੜੇ ਆਗੂ ਤੇ ਲੋਭੀ ਨਬੀ। ਮੈਂ ਆਖਿਆ, ਯਾਕੂਬ ਦੇ ਮੁਖੀਆ, ਇਸਰਾਏਲ ਦੇ ਘਰਾਣੇ ਦੇ ਆਗੂ, ਮੇਰੀ ਸੁਣੋ। ਤੁਹਾਨੂੰ ਇਨਸਾਫ ਨਹੀਂ ਕਰਨਾ ਚਾਹੀਦਾ?
ਤੁਸੀਂ ਜੋ ਨੇਕੀ ਦੇ ਵੈਰੀ ਤੇ ਬਦੀ ਦੇ ਪ੍ਰੇਮੀ ਬਣ ਗਏ, ਜੋ ਉਹਨਾਂ ਤੋਂ ਉਹਨਾਂ ਦੀ ਖੱਲ, ਉਹਨਾਂ ਦੇ ਹੱਡੀਆਂ ਤੱਕ ਦਾ ਮਾਸ ਵੀ ਨੋਚਦੇ ਹੋ। ਤੁਸੀਂ ਜੋ ਮੇਰੀ ਪ੍ਰਜਾ ਦਾ ਮਾਸ ਖਾਂਦੇ ਹੋ, ਉਹਨਾਂ ਦੀ ਖੱਲ ਲਾਉਂਦੇ ਹੋ, ਉਹਨਾਂ ਦੇ ਉੱਤੋਂ ਉਹਨਾਂ ਦੇ ਹੱਡੀਆਂ ਨੂੰ ਵੀ ਤੋੜਦੇ ਹੋ, ਚੂਸਦੇ ਹੋ, ਉਹਨਾਂ ਦੇ ਟੋਟੇ ਟੋਟੇ ਕਰ ਦਿੰਦੇ ਹੋ ਜਿਵੇਂ ਦੇਗ ਜਾਂ ਬਲਟੋਏ ਵਿੱਚ ਮਾਸ ਹੋਵੇ। ਤਾਂ ਜੋ ਅੱਗੇ ਉਹ ਦੁਹਾਈ ਦੇਣਗੇ ਜਦੋਂ, ਪਰ ਉਹ ਉਹਨਾਂ ਨੂੰ ਉੱਤਰ ਨਹੀਂ ਦੇਵੇਗਾ। ਉਸ ਵੇਲੇ ਉਹਨਾਂ ਨੇ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵੇਗਾ, ਜਿਵੇਂ ਉਹਨਾਂ ਨੇ ਭੈੜੇ ਕੰਮ ਕੀਤੇ ਨਬੀਆਂ ਦੇ ਵਿਖੇ, ਜਿਹੜੇ ਆਪਣੀ ਪ੍ਰਜਾ ਨੂੰ ਕੁਰਾਏ ਪਾਉਂਦੇ ਹਨ। ਜੋ ਕਹਿੰਦਾ ਹੈ ਕਿ ਉਹ ਦੰਦੀਆਂ ਵੱਢਦੇ ਹਨ ਤੇ ਸ਼ਾਂਤੀ ਪੁਕਾਰਦੇ ਹਨ, ਤਾਂ ਉਹਨਾਂ ਦੇ ਮੂੰਹ ਵਿੱਚ ਕੁਝ ਨਹੀਂ ਹੋ ਦਿੰਦਾ, ਤਾਂ ਉਹਦੇ ਵਿਰੁੱਧ ਲੜਾਈ ਦੀ ਤਿਆਰੀ ਕਰਦੇ ਹਨ। ਜੋ ਤੁਹਾਡੇ ਲਈ ਰਾਤ ਬਿਨਾਂ ਦ੍ਰਿਸ਼ਟੀ ਤੋਂ ਤੇ ਤੁਹਾਡੇ ਲਈ ਹਨੇਰਾ ਬਿਨਾਂ ਫਾਲ ਪਾਉਣ ਤੋਂ ਰਹੇਗਾ। ਸੂਰਜ ਨਦੀਆਂ ਤੋਂ ਅਸਤ ਹੋਵੇਗਾ, ਉਸ ਦਿਨ ਤੋਂ ਉਹ ਉਹਨਾਂ ਤੇ ਹਨੇਰਾ ਹੋ ਜਾਵੇਗਾ। ਦਰਸ਼ੀ ਲੱਜਵਾਨ ਹੋਣਗੇ, ਫਾਲ ਪਾਉਣ ਵਾਲੇ ਦੇ ਮੂੰਹ ਖਾਲੇ ਹੋ ਜਾਣਗੇ ਤੇ ਸਭ ਦੇ ਸਭ ਫੁੱਲਾਂ ਨੂੰ ਕੱਜਣਗੇ ਤੇ ਪਰਮੇਸ਼ਰ ਵੱਲੋਂ ਕੋਈ ਪਵਿੱਤਰ ਨਹੀਂ ਹੋਵੇਗਾ। ਇਹ ਮੇਰੇ ਵਿਖੇ ਇਹ ਹੈ ਕਿ ਮੈਂ ਬਲ ਨਾਲ ਭਰਪੂਰ ਹਾਂ, ਆਤਮਾ ਜੋ ਉਹਦੇ ਆਤਮਾ ਦੇ ਰਾਹੀਂ ਮੈਂ ਨਾਲੇ ਨਿਆਂ ਤੇ ਸ਼ਕਤੀ ਨਾਲ ਵੀ ਮੈਂ ਯਾਕੂਬ ਨੂੰ ਉਹਦਾ ਅਪਰਾਧ ਤੇ ਇਸਰਾਇਲ ਨੂੰ ਉਹਦਾ ਪਾਪ ਦੱਸਾਂ। ਇਹ ਯਾਕੂਬ ਦੇ ਘਰਾਣੇ ਦੇ ਮੁਖੀਓ, ਮੈਂ ਇਸਰਾਇਲ ਦੇ ਘਰਾਣੇ ਦੇ ਅੱਗੇ ਇਹ ਸੁਣਾਓ, ਇਹ ਸੁਣੋ ਕਿ ਜਿਸ ਤੋਂ ਤੁਸੀਂ ਇਨਸਾਫ ਤੋਂ ਘਿਰਨਾ ਕਰਦੇ ਹੋ ਤੇ ਸਾਰੀ ਸਦਿਆਈ ਨੂੰ ਲੋੜਦੇ, ਜੋ ਸਿਯੋਨ ਨੂੰ ਲਹੂ ਨਾਲ ਉਸਾਰਦੇ ਸੀ, ਜੋ ਨੂੰ ਬਦੀ ਨਾਲ ਉਹਦੇ ਮੁਖੀ ਵੱਡੀ ਲੈ ਕੇ ਨਿਆਂ ਕਰਦੇ ਹਨ ਤੇ ਜਾਜਕ ਪਾੜੇ ਉੱਤੇ ਸੁਖਾਉਂਦੇ ਹਨ। ਉਸਦੇ ਨਬੀ ਰੋਕਣ ਲਈ ਫਾਲ ਪਾਉਂਦੇ ਹਨ ਤੇ ਤਾਂ ਵੀ ਇਹ ਆ ਕੇ ਜੋ ਸਹਾਰਾ ਲੈਂਦੇ ਹਨ, ਭਲਾ ਜੋ ਸਾਡੇ ਵਿੱਚ ਨਹੀਂ, ਕੋਈ ਤਾਂ ਸਾਡੇ 'ਚ ਨਹੀਂ ਆ ਪਵੇਗੀ। ਇਸ ਲਈ ਤੁਹਾਡੇ ਨਾਲ ਸਿਯੋਨ ਖੇਤ ਵਾਂਗੂ ਪਾਇਆ ਜਾਵੇਗਾ, ਯਰੂਸ਼ਲਮ ਤੇ ਹੋ ਜਾਵੇਗਾ ਤੇ ਪਵਿੱਤਰ ਪਰਬਤ ਇੱਕ ਜੰਗਲੀ ਉਚਾਈ। ਚੈਪਟਰ 4 ਜੋ ਉਹਦਾ ਧਰਮਰਾਜ। ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਜੋ ਉਹਦੇ ਪਵਿੱਤਰ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਜੋ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਤੇ ਉਮਤਾਂ ਉਸ ਦੇ ਵੱਲ ਫਿਰਨਗੀਆਂ, ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਤੇ ਆਖਣਗੀਆਂ, ਅਸੀਂ ਜੋ ਉਹਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ਰ ਦੇ ਭਵਨ ਨੂੰ ਚੜ੍ਹੀਏ, ਬਈ ਉਹ ਉਹਨਾਂ ਨੂੰ ਆਪਣੇ ਰਾਹ ਦਿਖਾਵੇ, ਅਸੀਂ ਉਸ ਦੇ ਮਾਰਗਾਂ ਤੇ ਚੱਲੀਏ। ਕਿਉਂ ਜੋ ਵਿਵਸਥਾ ਸਿਯੋਨ ਤੋਂ ਨਿਕਲੇਗੀ ਤੇ ਜੋ ਉਹਦਾ ਵਚਨ ਯਰੂਸ਼ਲਮ ਦਾ, ਉਹ ਬਹੁਤੀਆਂ ਉਮਤਾਂ ਵਿੱਚ ਨਿਆਂ ਕਰੇਗਾ ਤੇ ਤਕੜੀਆਂ ਦ੍ਰਿੜੀਆਂ ਕੌਮਾਂ ਦਾ ਫੈਸਲਾ ਕਰੇਗਾ। ਉਹ ਆਪਣੀ ਤਲਵਾਰਾਂ ਨੂੰ ਕੁੱਟ-ਕੁੱਟ ਕੇ ਭਾਲੇ ਬਣਾਉਣਗੇ ਤੇ ਆਪਣੇ ਬਰਸ਼ਾਂ ਨੂੰ ਦਾਤ। ਕੌਮ ਤੇ ਤਲਵਾਰ ਨਹੀਂ ਚੁੱਕੇਗੀ, ਉਹ ਲੜਾਈ ਫਿਰ ਕਦੇ ਵੀ ਨਾ ਸਿੱਖਣਗੇ। ਉਹ ਆਪੋ ਆਪਣੀਆਂ ਅੰਗੂਰਾਂ, ਵੇਲਾਂ ਤੇ ਹਜੀਰ ਦੇ ਬਰਸ਼ਾਂ ਦੇ ਹੇਠ ਬੈਠਣਗੇ ਤੇ ਕੋਈ ਉਹਨਾਂ ਨੂੰ ਨਹੀਂ ਡਰਾਏਗਾ, ਕਿਉਂਕਿ ਸੈਨਾ ਦੀ ਜੋ ਉਹਦਾ ਮੁੱਖ ਵਾਕ ਹੈ। ਸਾਰੇ ਤਾਂ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੇ ਹਨ, ਪਰ ਅਸੀਂ ਆਪਣੇ ਪਰਮੇਸ਼ਰ ਜੋ ਉਹਦੇ ਨਾਮ ਨੂੰ ਲੈ ਕੇ ਤੁਰਦੇ ਹਾਂ। ਸਦੀਪ ਕਾਲ ਤੀਕਰ ਚੱਲਾਂਗੇ। ਉਸ ਦਿਨ ਜੋ ਉਹਦਾ ਵਾਕਿਆ, ਮੈਂ ਲੰਗਿਆਂ ਨੂੰ ਇਕੱਠਾ ਕਰਾਂਗਾ, ਕੱਢਿਆਂ ਨੂੰ ਜਮ੍ਹਾਂ ਕਰਾਂਗਾ। ਜਿਨ੍ਹਾਂ ਨੂੰ ਮੈਂ ਦੁਖੀ ਕੀਤਾ, ਲੰਗਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ, ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ। ਸਿਯੋਨ ਪਹਾੜ ਵਿੱਚ ਯਹੋਵਾ ਉਹਨਾਂ ਤੇ ਰਾਜ ਕਰੇਗਾ, ਹਾਂ ਹੁਣ ਤੋਂ ਲੈ ਕੇ ਸਦਾ ਤੀਕ ਰਾਜ। ਹੈ ਤੂੰ ਇਧਰ ਦੇ ਬੁਰਜ, ਸਿਯੋਨ ਦੀ ਧੀ ਦੇ ਪਰਬਤ, ਤੇਰੇ ਕੋਲ ਉਹ ਆਵੇਗੀ, ਪਹਿਲੀ ਹਕੂਮਤ ਯਰੂਸ਼ਲਮ ਦੀ ਧੀ ਦੀ ਪਾਤਸ਼ਾਹੀ ਆਵੇਗੀ। ਹੁਣ ਤੂੰ ਕਿਉਂ ਚਲਾਉਂਦੀ ਹੈ? ਕਿ ਤੇਰੇ ਵਿੱਚ ਕੋਈ ਪਾਤਸ਼ਾਹ ਨਹੀਂ? ਕਿ ਤੇਰਾ ਸਲਾਹਕਾਰ ਨਾਸ਼ ਹੋ ਗਿਆ? ਕਿ ਜਨਨ ਵਾਲੀ ਵਾਂਗੂ ਪੀੜਾ ਤੈਨੂੰ ਲੱਗ ਗਈਆਂ? ਸਿਯੋਨ ਦੀ ਧੀਏ, ਪੀੜਾ ਨਾਲ ਜੰਮਣ ਵਾਲੀ ਵਾਂਗੂ ਜਨਮ ਦੇ। ਹੁਣ ਤਾਂ ਤੂੰ ਨਗਰੋਂ ਬਾਹਰ ਜਾਵੇਂਗੀ ਤੇ ਰੜ ਵਿੱਚ ਰਹੇਂਗੀ, ਤੂੰ ਬਬਲ ਜਾਵੇਂਗੀ ਤੇ ਉੱਥੋਂ ਛੁਡਾਈ ਜਾਵੇਂਗੀ। ਉੱਥੇ ਜੋ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇ ਦੇਵੇਗਾ। ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ, ਉਹ ਕਹਿੰਦੀਆਂ ਹਨ ਕਿ ਉਹ ਪਿੱਟੀ ਜਾਵੇ ਤੇ ਸਾਡੀਆਂ ਡੇਲੀਆਂ ਸਿਯੋਨ ਵੱਲ ਟੱਡੀਆਂ ਰਹਿਣ, ਪਰ ਉਹ ਜੋ ਦੀਆਂ ਸੋਚਾਂ ਨਹੀਂ ਜਾਣਦੇ, ਨਾ ਹੀ ਉਹਦੀ ਸਲਾਹ ਸਮਝਦੇ ਹਨ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਭਰੀਆਂ ਵਾਂਗੂ ਖਲਵਾੜੇ ਵਿੱਚ ਇਕੱਠਾ ਕੀਤਾ। ਸਿਯੋਨ ਦੀ ਧੀਏ, ਉੱਠ ਜਾ, ਉੱਠ ਗਾ, ਤੇਰਾ ਸਿੰਘ ਲੋਹਾ ਤੇ ਤੇਰੇ ਖੁਰ ਪਿੱਤਲ ਬਣਾਇਆ। ਤੂੰ ਬਹੁਤਿਆਂ ਉਮਤਾਂ ਨੂੰ ਤੂੰ ਚੂਰ-ਚੂਰ ਕਰੇਂਗੀ ਤੇ ਉਹਨਾਂ ਦੀ ਅਜੋਗ ਕਮਾਈ ਜੋ ਵਾਲੀ ਅਤੇ ਉਹਨਾਂ ਦਾ ਮਾਲ ਧਨ ਧਰਤੀ ਦੇ ਪ੍ਰਭੂ ਲਈ ਅਰਪਣ ਮੈਂ ਕਰਾਂਗਾ। ਚੈਪਟਰ 5 ਬੈਤਲਹਮ ਦਾ ਹਾਕਮ। ਹੁਣ ਇਹ ਜੋ ਜੱਥਿਆਂ ਦੀ ਧੀ ਹੈ, ਤੂੰ ਆਪਣਾ ਜੱਥਿਆਂ ਨੂੰ ਇਕੱਠਿਆਂ ਕਰ, ਆਪਣੇ ਜੱਥਿਆਂ ਨੂੰ ਇਕੱਠਿਆਂ ਕਰ ਤੇ ਸਾਡੇ ਵਿਰੁੱਧ ਜਿਨ੍ਹਾਂ ਨੇ ਘੇਰਾ ਪਾਇਆ, ਇਸਰਾਇਲ ਦੇ ਨਿਆਈ ਨੂੰ ਡੰਡੇ ਨਾਲ ਗਲ ਤੇ ਮਾਰਨਗੇ। ਇਹ ਬੈਤਲਹਮ ਅਫਰਾ ਥਾ, ਤੂੰ ਜੋ ਯਹੂਦਾ ਦੇ ਹਜ਼ਾਰਾਂ ਵਿੱਚ ਛੋਟਾ ਹੈ, ਤੇਰੇ ਲਈ ਇੱਕ ਨਿਕਲੇਗਾ, ਤੇਥੋਂ ਇੱਕ ਨਿਕਲੇਗਾ ਮੇਰੇ ਲਈ, ਜੋ ਇਸਰਾਇਲ ਵਿੱਚ ਹਾਕਮ ਹੋਵੇਗਾ, ਜਿਹਦਾ ਨਿਕਲਣਾ ਪ੍ਰਾਚੀਨ ਸਮੇਂ ਤੋਂ ਸਗੋਂ ਅਨਾਰਥ ਹੈ। ਜਦ ਉਹ ਉਹਨਾਂ ਨੂੰ ਛੱਡ ਦੇਵੇਗਾ, ਜਦ ਤੱਕ ਜਾਣਨ ਵਾਲੇ ਨਾ ਜਾਣੇ, ਤਦ ਤੱਕ ਉਹਦੇ ਭਰਾਵਾਂ ਦਾ ਬਕੀਆ ਇਸਰਾਇਲੀਆਂ ਦੇ ਕੋਲ ਮੁੜ ਜਾਵੇਗਾ। ਉਹ ਖੜਾ ਹੋ ਕੇ ਜੋ ਥਲ ਵਿੱਚ, ਜੋ ਦੇ ਬਲ ਵਿੱਚ, ਜੋ ਆਪਣੇ ਪਰਮੇਸ਼ਰ
ਦੇ ਨਾਮ 'ਚ ਪ੍ਰਤਾਪ ਵਿੱਚ ਆਪਣਾ ਚਰਚਾਰੇਗਾ ਤੇ ਬੈਠਣਗੇ। ਫਿਰ ਧਰਤੀ ਦੀ ਹੱਦ ਦੀ ਕਰਮਾਨ ਹੋਵੇਗਾ, ਸ਼ਾਂਤੀ ਹੋਵੇਗੀ। ਜਦ ਅਸੂਰੀ ਸਾਡੇ ਬਾਗ ਵਿੱਚ ਆਉਣਗੇ ਤਾਂ ਸਾਰੀਆਂ ਮਾੜੀਆਂ ਵਿੱਚ ਹੋਣਗੇ। ਤਦ ਅਸੀਂ ਉਹਨਾਂ ਦੇ ਵਿਰੁੱਧ 7 ਜਾਲੀ ਆਦਮੀਆਂ ਦੇ ਰਾਜਕੁਮਾਰ 8 ਕਾਇਮ ਕਰਾਂਗੇ। ਉਹ ਅਸ਼ੂਰ ਦੇ ਦੇਸ਼ ਨੂੰ ਤਲਵਾਰ ਨਾਲ ਬਰਾਨ ਕਰ ਸੁੱਟਣਗੇ ਅਤੇ ਨਿਰਮੋਧ ਦੇਸ਼ ਨੂੰ ਉਹਦੇ ਲਾਂਘਿਆਂ ਠੀਕ ਤੇ ਸਾਰੇ ਅਸ਼ੂਰੀ ਤੋਂ ਬਾਅਦ ਉਹ ਸਾਰੇ ਦੇਸ਼ ਜਾਣਗੇ ਤੇ ਉਹ ਸਾਡੀਆਂ ਹੱਦਾਂ ਵਿੱਚ ਫਿਰਨਗੇ। ਤੇ ਯਾਕੂਬ ਦਾ ਬਕੀਆ ਬਹੁਤੀਆਂ ਅਮਤਾਂ ਦੇ ਵਿਚਕਾਰ ਸਿਰੇ ਨੂੰ ਹੋਵੇਗਾ, ਜਿਹੜੀ ਕਿ ਜੋ ਵੱਲੋਂ ਹੈ। ਫੁਹਾਰਾਂ ਵਾਂਗੂ ਜਿਹੜੀਆਂ ਘਾਹ ਤੋਂ ਪੈ ਕੇ ਮਨੁੱਖ ਲਈ ਨਹੀਂ ਠਹਿਰਦੀਆਂ, ਨਾ ਆਦਮਵੰਸ਼ ਲਈ ਢਿੱਲ ਕਰਦੀਆਂ ਹਨ। ਯਾਕੂਬ ਦਾ ਬਕੀਆ ਕੌਮਾਂ ਦੇ ਵਿੱਚ ਬਹੁਤੀਆਂ ਅਮਤਾਂ ਦੇ ਵਿਚਕਾਰ ਪਾਣੀ ਦੇ ਦਰਮਿਆਨ ਵਿੱਚ ਬੱਬਰ ਸ਼ੇਰ ਵਰਗਾ ਹੋਵੇਗਾ। ਭੇਡਾਂ ਦੀ ਚਰਾਗ ਵਿੱਚ ਜਵਾਨ ਵਰਗਾ ਅਤੇ ਜੀ ਵਿੱਚੋਂ ਦੀ ਲੰਘ ਸਕੇ ਤੇ ਲਲਸਾੜ ਕੇ ਪਾੜਦਾ ਹੈ ਤੇ ਕੋਈ ਛੁਡਵਾਉਣ ਨਹੀਂ ਹੈ। ਇਸ ਕਰਕੇ ਤੇਰਾ ਹੱਥ ਤੇਰੇ ਵਿਰੋਧੀਆਂ ਤੋਂ ਚੁੱਕਿਆ ਰਹੇਗਾ ਅਤੇ ਤੇਰੇ ਸਾਰੇ ਵਿਰੋਧੀ ਵੈਰੀ ਵੱਢੇ ਜਾਣਗੇ। ਉਸ ਦਿਨ ਹੋਵੇਗਾ ਕਿ ਜੋ ਉਹਦਾ ਵਾਕ ਹੈ, ਮੈਂ ਘੋੜੇ ਨੂੰ ਔਰ ਤੇਰੇ ਵਿਚਕਾਰੋਂ ਕੱਟ ਸੁੱਟਾਂਗਾ ਤੇ ਤੇਰੇ ਰਥਾਂ ਨੂੰ ਬਰਬਾਦ ਕਰਾਂਗਾ। ਤੇਰੇ ਦੇਸ਼ ਦੀਆਂ ਲਹਿਰਾਂ ਨੂੰ ਸ਼ਹਿਰਾਂ ਨੂੰ ਨਾਸ ਕਰਾਂਗਾ ਅਤੇ ਤੇਰੇ ਹਾੜਾਂ ਨੂੰ ਗਾ ਸੁੱਟਾਂਗਾ। ਮੈਂ ਤੇਰੇ ਦੁੱਖ ਤੋਂ ਜਾਦੂ ਕਰ ਲਵਾਂਗਾ, ਤੇਰੇ ਲਈ ਮਹੂਰਤ ਦੇਖਣ ਵਾਲੇ ਨਾ ਹੋਣਗੇ। ਮੈਂ ਤੇਰੀਆਂ ਮੂਰਤਾਂ ਨੂੰ ਸਮਾਂ ਨੂੰ ਤੇਰੇ ਵਿਚਕਾਰੋਂ ਕੱਟ ਸੁੱਟਿਆ। ਇਸ ਲਈ ਤੂੰ ਆਪਣੇ ਥੱਲੇ ਕੰਮ ਨੂੰ ਮੱਥਾ ਨਾ ਟੇਕੇਂਗਾ ਤੇ ਮੈਂ ਤੇਰੇ ਅਸ਼ਰੀਮ ਨੂੰ ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ, ਤੇਰੇ ਸ਼ਹਿਰਾਂ ਨੂੰ ਬਰਬਾਦ ਨਾ ਕਰਾਂਗਾ। ਮੈਂ ਗੁੱਸੇ ਤੇ ਕ੍ਰੋਧ ਨਾਲ ਉਹਨਾਂ ਕੌਮਾਂ ਦਾ ਬਦਲਾ ਲਿਆ। ਪਰ ਜੋ ਦਾ ਮੁਕੱਦਮਾ ਸੱਚਾ ਧਰਮ ਚੈਪਟਰ 6 ਸੁਣੋ। ਜੋ ਕੀ ਕਹਿੰਦਾ, ਉੱਠ ਪਹਾੜਾਂ ਦੇ ਅੱਗੇ ਮੁਕੱਦਮਾ ਲੜ ਤੇ ਢਿੱਲੇ ਤੇਰੀ ਆਵਾਜ਼ ਸੁਣੋ। ਇਹ ਪਹਾੜੋ ਜੋ ਦਾ ਮੁਕੱਦਮਾ ਸੁਣੋ ਤਾਂ ਵੀ ਤੁਸੀਂ ਧਰਤੀ ਦੇ ਉਠਾਲ ਹੋ, ਕਿਉਂਕਿ ਜੋ ਦਾ ਮੁਕੱਦਮਾ ਆਪਣੀ ਪ੍ਰਜਾ ਨਾਲ ਹੈ ਤੇ ਇਸਰਾਏਲ ਨਾਲ ਝਗੜੇਗਾ। ਮੇਰੀ ਪ੍ਰਜਾ ਅੱਜ ਤੈਨੂੰ ਕੀ ਕੀਤਾ, ਮੈਂ ਕਿਵੇਂ ਤੈਨੂੰ ਦਿਖਾ ਦਿੱਤਾ, ਮੈਨੂੰ ਉੱਤਰ ਦੇ। ਮੈਂ ਤਾਂ ਤੈਨੂੰ ਮਸਰ ਦੇ ਦੇਸ਼ ਚੋਂ ਕੱਢ ਲਿਆ ਤੇ ਤੈਨੂੰ ਗੁਲਾਮੀ ਦੇ ਘਰ ਛੁਡਾ ਲਿਆ। ਮੈਂ ਤੇਰੇ ਅੱਗੇ ਮੂਸਾ, ਹਾरून ਤੇ ਮਰੀਅਮ ਨੂੰ ਘੱਲਿਆ ਕਿ ਮੇਰੀ ਪ੍ਰਜਾ ਛੇਤੀ ਕਰ। ਮੋਆਬ ਦੇ ਰਾਜੇ ਬਲਾਕ ਨੇ ਕੀ ਜੁਗਤ ਕੀਤੀ, ਬੋਰ ਦੇ ਪੁੱਤਰ ਬਿਲਾਮ ਨੇ ਉਹਨੂੰ ਕੀ ਸ਼ਟੀਮ ਤੋਂ ਲੈ ਕੇ ਗਿਲਾਦ ਤੱਕ ਕੀ ਹੋਇਆ ਤਾਂ ਜੋ ਦੇ ਧਰਮ ਨੂੰ ਦੇ ਕੰਮ ਨੂੰ ਤੁਸੀਂ ਜਾਣੋ। ਮੈਂ ਕੀ ਲੈ ਕੇ ਜੋ ਦੇ ਵਿਰੁੱਧ ਆਵਾਂ ਤੇ ਮਹਾਨ ਪਰਮੇਸ਼ਰ ਅੱਗੇ ਝੁਕਾਂ ਕਿ ਮੈਂ ਬਲੀਆਂ ਦੇ ਲਈ 1 ਸਾਲੇ ਬੱਚੇ ਤੋਂ ਲੈ ਕੇ ਜੋ ਦੇ ਹਜ਼ੂਰ ਆਵਾਂ ਅਤੇ ਮਹਾਨ ਪਰਮੇਸ਼ਰ ਅੱਗੇ ਝੁਕਾਂ ਕਿ ਹੋਮ ਬਲੀਆਂ ਲਈ 1 ਸਾਲੇ ਬੱਚੇ ਤੋਂ ਲੈ ਕੇ ਉਹਦੇ ਹਜ਼ੂਰ ਆਵਾਂ। ਭਲਾ ਜੋ ਹਜ਼ਾਰਾਂ ਛਤਰਿਆਂ ਨਾਲ ਤੇ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ ਕਿ ਮੈਂ ਆਪਣੇ ਪਲੋਠੇ ਨੂੰ ਆਪਣੇ ਅਪਰਾਧ ਦੇ ਬਦਲੇ ਦੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ। ਇਹ ਆਦਮੀ ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਤੇ ਜੋ ਤੈਥੋਂ ਹੋਰ ਕੀ ਮੰਗਦਾ, ਪਰ ਇੱਕ ਇਨਸਾਫ ਕਰ, ਦਇਆ ਨਾਲ ਪ੍ਰੇਮ ਰੱਖ, ਅਧੀਨ ਹੋ ਕੇ ਆਪਣੇ ਪਰਮੇਸ਼ਰ ਨਾਲ ਚੱਲ। ਜੋ ਉਹਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ, ਬੁੱਤ ਤੇਰੇ ਨਾਮ ਦਾ ਭੈ ਮੰਨੇਗੀ। ਡੰਡੇ ਨੂੰ ਉਸਨੇ ਠਹਿਰਾਇਆ ਹੈ। ਉਹਦੀ ਸੁਣੋ ਕਿ ਅਜੇ ਦੁਸ਼ਟ ਦੇ ਘਰ ਵਿੱਚ ਦੁਸ਼ਟ ਪੁਣੇ ਦੇ ਖਜ਼ਾਨੇ ਹਨ, ਨਾਲੇ ਘੱਟ ਨਾਪ ਜੋ ਸ਼ਰਾਬੀ ਹੈ। ਭਲਾ ਮੈਂ ਪਾਕ ਠਹਿਰ ਸਕਦਾ ਹਾਂ ਜਦ ਮੇਰੇ ਕੋਲ ਕਾਣੀ ਡੰਡੀ ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹੋਣ। ਉਹਦੇ ਧਨੀ ਲੋਕ ਨਿਰ ਨਾਲ ਭਰੇ ਹੋਏ ਹਨ, ਉਹਦੇ ਵਾਸੀ ਝੂਠ ਬੋਲਦੇ ਹਨ, ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਹੀ ਫੜੇ ਹੈ। ਸੋ ਮੈਂ ਤੈਨੂੰ ਫੱਟ ਨਾਲ ਮਾਰਿਆ ਤੇ ਮੈਂ ਤੈਨੂੰ ਪਾਪਾਂ ਦੇ ਕਾਰਨ ਹੈਰਾਨ ਕੀਤਾ। ਤੂੰ ਖਾਏਂਗਾ ਪਰ ਰੱਜੇਗਾ ਨਾ, ਤੇਰੇ ਅੰਦਰ ਭੁੱਖ ਰਹੇਗੀ। ਤੂੰ ਜਮ੍ਹਾਂ ਤਾਂ ਕਰੇਂਗਾ ਪਰ ਬਚਾਏਂਗਾ ਨਾ। ਜੋ ਤੂੰ ਬਚਾਵੇਂ ਤੇ ਮੈਂ ਤਲਵਾਰ ਨੂੰ ਉਹ ਦੇ ਦਿਆਂਗਾ। ਤੂੰ ਵੇਚੇਂਗਾ ਪਰ ਵੱਢੇਂਗਾ ਨਹੀਂ। ਤੂੰ ਜੈਤੂਨ ਲਤਾੜੇਂਗਾ ਪਰ ਤੇਲ ਨਾ ਬਣੇਗਾ। ਤੂੰ ਅੰਗੂਰ ਬੀਜੇਂਗਾ ਪਰ ਮੈਂ ਨਾ ਪੀਵਾਂਗਾ। ਅੰਮ੍ਰਿਤ ਦੀਆਂ ਵਿਧੀਆਂ ਮਨਾਈਆਂ ਜਾਂਦੀਆਂ, ਨਾਲੇ ਆਹਾਬ ਦੇ ਘਰਾਣੇ ਦੇ ਸਾਰੇ ਕੰਮ। ਤੁਸੀਂ ਉਹਨਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ, ਪਰ ਮੈਂ ਤੁਹਾਨੂੰ ਹੈਰਾਨ ਕਰਦਿਆਂ ਤੇ ਉਸਦੇ ਸਾਰੇ ਵਾਸੀ ਇੱਕ ਸੁਸਕਾਰ ਤੁਸੀਂ ਮੇਰੀ ਪ੍ਰਜਾ ਦੀ ਨਿੰਦਿਆ ਚੁੱਕੋਗੇ। ਇਸਰਾਏਲ ਦੀ ਪਲੀਤੀ ਦੀ ਜੋ ਦਇਆ। ਹਾਏ ਮੈਨੂੰ ਮੈਂ ਅਜਿਹਾ ਹੋ ਗਿਆ ਕਿ ਅੰਗੂਰ ਦਾ ਫਲ ਜਦ ਮੈਂ ਇਕੱਠਾ ਕੀਤਾ ਗਿਆ ਜਿਵੇਂ ਅੰਗੂਰ ਦੇ ਦਾਣੇ ਹੁੰਦੇ ਹਨ, ਜਿਵੇਂ ਅੰਗੂਰ ਚੁਰਾਣੇ ਹੁੰਦੇ ਹਨ। ਖਾਣ ਲਈ ਕੋਈ ਗੁੱਛਾ ਨਹੀਂ, ਕੋਈ ਹਜ਼ੀਰ ਦੀ ਪਹਿਲੀ ਚੋਗੀ ਨਹੀਂ ਜਿਹਨੂੰ ਮੇਰਾ ਜੀ ਲੋਚਦਾ ਹੈ। ਧਰਤੀ ਤੋਂ ਭਗਤ ਨਾਸ਼ ਹੋ ਗਿਆ ਤੇ ਇਨਸਾਨਾਂ ਵਿੱਚ ਕੋਈ ਸਿੱਧਾ ਨਹੀਂ। ਸਭ ਖੂਨ ਲਈ ਘਾਤ ਵਿੱਚ ਪੈਂਦੇ ਹਨ ਤੇ ਹਰੇਕ ਜਾਲ ਨਾਲ ਆਪਣੇ ਭਾਈ ਦਾ ਸ਼ਿਕਾਰ ਕਰਦਾ ਹੈ ਵੀ ਉਹ ਆਪਣੇ ਹੱਥੀਂ ਕਰਨ ਲਈ ਆਪਣੇ ਹੱਥ ਪਾਉਂਦੇ ਹਨ। ਸਰਦਾਰ ਔਰ ਨਿਆਈ ਵੱਡੀ ਮੰਗਦੇ ਹਨ ਤੇ ਵੱਡਾ ਆਦਮੀ ਆਪਣੇ ਜੀ ਦਾ ਲੋਭ ਦੱਸਦਾ ਹੈ। ਇਉਂ ਉਹ ਜਾਲਸਾਜ਼ੀ ਕਰਦੇ ਹਨ ਤੇ ਉਹਨਾਂ ਨੂੰ ਧਰਮ ਤੋਂ ਉਤਮ ਪੁਰਖ ਕੰਡੇ ਵਰਗਾ ਸਿੱਧਾ ਮਨੁੱਖ ਬਾੜੇ ਵਾਂਗੂ ਹੈ ਤੇ ਰਾਖਿਆਂ ਦਾ ਦਿਨ ਤੇਰੀ ਖਬਰ ਲੈਣ ਵਾਲੇ ਦਾ ਦਿਨ ਬਣ ਗਿਆ ਹੈ। ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ। ਗੁਆਂਢੀਆਂ ਉੱਤੇ ਈਮਾਨ ਨਾ ਲਾਓ, ਨਾ ਮਿੱਤਰਾਂ ਤੋਂ ਭਰੋਸਾ ਰੱਖੋ। ਜੋ ਤੁਹਾਡੇ ਹਿੱਕ ਉੱਤੇ ਲੇਟਦਾ ਉਸ ਤੋਂ ਵੀ ਆਪਣੇ ਮੂੰਹ ਦੇ ਦਰਵਾਜ਼ੇ ਦੀ ਰਾਖੀ ਕਰੋ। ਪੁੱਤ ਪਿਤਾ ਦਾ ਮਜ਼ਾਕ ਬਣਾਉਂਦਾ ਹੈ, ਧੀ ਮਾਤਾ ਦੇ ਵਿਰੁੱਧ ਬੋਲਦੀ ਹੈ,
ਨੂੰ ਆਪਣੀ ਸੱਸ ਦੇ ਵਿਰੁੱਧ ਮਨੁੱਖ ਦੇ ਵੈਰੀ ਉਹਦੇ ਆਪਣੇ ਘਰ ਦੇ ਲੋਕ ਹਨ। ਪਰ ਮੈਂ ਯਹੋਵਾ ਨੂੰ ਤੱਕਾਂਗਾ ਤੇ ਆਪਣੇ ਮੁਕਤੀ ਦਾਤੇ ਪਰਮੇਸ਼ਰ ਨੂੰ ਤੇ ਉਡੀਕ ਕਰਾਂਗਾ। ਮੇਰਾ ਪਰਮੇਸ਼ਰ ਮੇਰੀ ਸੁਣੇਗਾ, ਮੇਰੇ ਸਾਰੇ ਵੈਰੀ ਮੇਰੇ ਤੇ ਖੁਸ਼ੀ ਨਾ ਮਨਾਓ। ਜਦੋਂ ਮੈਂ ਡਿੱਗ ਪਵਾਂ ਪਰ ਮੈਂ ਤਾਂ ਉੱਠਾਂਗਾ, ਜਦ ਮੈਂ ਹਨੇਰੇ ਵਿੱਚ ਬੈਠਾਂਗਾ ਤਾਂ ਯਹੋਵਾ ਮੇਰਾ ਚੈਨ ਹੋਵੇਗਾ। ਮੈਂ ਰੋਜ਼ ਸਹਿ ਲਵਾਂਗਾ ਕਿਉਂ ਜੋ ਮੈਂ ਤਾਂ ਪਾਪ ਕੀਤਾ। ਜਦੋਂ ਤੱਕ ਮੇਰਾ ਮੁਕੱਦਮਾ ਨਾ ਲੜੇ ਤੇ ਮੇਰਾ ਇਨਸਾਫ ਜਦੋਂ ਤੱਕ ਨਾ ਕਰੇ, ਮੈਨੂੰ ਚਾਨਣ ਵਿੱਚ ਲੈ ਕੇ ਜਾਵੇਗਾ, ਉਹ ਮੈਨੂੰ ਧਰਮ ਵਿਖਾਵੇਗਾ। ਮੈਂ ਧਰਮ ਵੇਖਾਂਗਾ, ਮੇਰੀ ਵੈਰਨ ਵੇਖੇਗੀ ਤੇ ਸ਼ਰਮ ਉਹਨੂੰ ਕੱਜੇਗੀ। ਮੈਨੂੰ ਆਖਿਆ, ਯਹੋਵਾ ਤੇਰਾ ਪਰਮੇਸ਼ਰ ਕਿੱਥੇ ਹੈ? ਮੇਰੀਆਂ ਡਿੱਲੀਆਂ ਉਹਦੇ ਉੱਤੇ ਡਿੱਡੀਆਂ ਰਹਿਣਗੀਆਂ। ਉਹ ਤਾਂ ਹੁਣ ਗਲੀਆਂ ਦੇ ਚਿੱਕੜ ਵਾਂਗੂ ਮਿੱਧੀ ਜਾਵੇਗੀ। ਤੇਰੀਆਂ ਕੰਧਾਂ ਬਣਾਉਣ ਦਾ ਦਿਨ, ਉਸ ਦਿਨ ਤੇਰੀ ਹੱਦ ਦੂਰ ਦੂਰ ਤੱਕ ਵਧਾਈ ਜਾਵੇਗੀ। ਉਸ ਦਿਨ ਤੇਰੇ ਕੋਲੋਂ ਆਉਣਗੇ ਅਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ, ਮਿਸਰ ਤੋਂ ਦਰਿਆ ਤੀਕ, ਸਮੁੰਦਰ ਤੋਂ ਸਮੁੰਦਰ ਤੀਕ ਅਤੇ ਪਹਾੜ ਤੋਂ ਪਹਾੜ ਤੀਕ ਧਰਤੀ ਉਸਦੇ ਵਾਸੀਆਂ ਦੇ ਕਰਨ। ਉਹਦੀਆਂ ਕਰਤੂਤਾਂ ਦੇ ਫਲ ਦੇ ਬਦਲੇ ਤੂੰ ਆਪਣਾ ਢਾਂਗਾ ਲੈ ਕੇ ਆਪਣੇ ਪ੍ਰਜਾ ਨੂੰ ਚਾਰ, ਆਪਣੀ ਮਿਲਕ ਦੇ ਇੱਜੜ ਨੂੰ ਜਿਹੜੇ ਇਕੱਲੇ ਬਣ ਵਿੱਚ ਤੇ ਕਰਮਲ ਦੇ ਵਿਚਕਾਰ ਰਹਿੰਦੇ ਹਨ, ਉਹ ਬਸ਼ਾਨ ਤੇ ਗਿਲਿਆਦ ਵਿੱਚ ਪ੍ਰਾਚੀਨ ਦਿਨਾਂ ਵਿੱਚ ਚਰਨ। ਮਿਸਰ ਦੇ ਦੇਸ਼ ਤੋਂ ਤੇਰੇ ਨਿਕਲਣ ਦੇ ਸਮੇਂ ਵਾਂਗ ਮੈਂ ਉਹਨਾਂ ਨੂੰ ਅਚੰਭੇ ਵਿਖਾਵਾਂਗਾ। ਕੌਮਾਂ ਵੇਖਣਗੇ ਤੇ ਆਪਣੀ ਸਾਰੀ ਸ਼ਕਤੀ ਤੋਂ ਸ਼ਰਮ ਖਾਣਗੀਆਂ। ਉਹ ਆਪਣੇ ਹੱਥ ਆਪਣੇ ਮੂੰਹ ਉੱਤੇ ਰੱਖਣਗੇ ਤੇ ਉਹਨਾਂ ਦੇ ਕੰਨ ਬੋਲੇ ਹੋ ਜਾਣਗੇ। ਉਹ ਨਾਗ ਵਾਂਗੂ ਧੂੜ ਚੱਟਣਗੇ ਤੇ ਧਰਤੀ ਦੇ ਘਿਸਣ ਵਾਲਿਆਂ ਵਾਂਗੂ ਆਪਣੇ ਕੋਟਾਂ ਵਿੱਚੋਂ ਥਰ ਥਰ ਕੰਬਦੇ ਹੋਏ ਨਿਕਲਣਗੇ, ਥਰਥਰਾਉਂਦੇ ਹੋਏ ਭੈ ਨਾਲ। ਜੋ ਸਾਡੇ ਪਰਮੇਸ਼ਰ ਕੋਲ ਉਹ ਆਉਣਗੇ, ਤੇਰੇ ਕੋਲ ਡਰਨਗੇ। ਤੇਰੇ ਵਰਗਾ ਕਿਹੜਾ ਪਰਮੇਸ਼ਰ ਜੋ ਆਪਣੇ ਬਕੀਏ ਦੀ ਬਦਲੀ ਖਿਮਾ ਕਰਦਾ, ਅਪਰਾਧ ਤੋਂ ਹਾਊ ਪਰੇ ਕਰਦਾ। ਉਹ ਆਪਣਾ ਸਦਾ ਤੱਕ ਨਹੀਂ ਰੱਖਦਾ, ਕਿਉਂ ਜੋ ਉਹ ਦਇਆ ਨੂੰ ਪਸੰਦ ਕਰਦਾ ਹੈ। ਉਹ ਸਾਡੇ ਉੱਤੇ ਫਿਰ ਰਹਿਮ ਕਰੇਗਾ। ਉਹ ਸਾਡੀਆਂ ਔਗਣਾਂ ਨੂੰ ਵੀ ਲੇਤੜੇਗਾ। ਉਹ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰੀ ਤਹਿ ਵਿੱਚ ਸੁੱਟ ਦੇਗਾ। ਤੂੰ ਯਾਕੂਬ ਨੂੰ ਵਫ਼ਾਦਾਰੀ ਤੇ ਅਬਰਾਹਮ ਨੂੰ ਦਇਆ ਵਿਖਾਵੇਂਗਾ, ਜਿਵੇਂ ਤੂੰ ਸਾਡੇ ਪਿਓ ਦਾਦਿਆਂ ਨਾਲ ਪ੍ਰਾਚੀਨ ਦਿਨਾਂ ਵਿੱਚ ਸਹੁੰ ਖਾਧੀ ਸੀ। ਆਮੀਨ।